Hello, plus 2 class. Continuing with the same chapter, economic reform since 1991, or we can say it's a new economic policy. Today we will discuss privatization and globalization. First is privatization. What is privatization? It is a process of involving the private sector in the ownership or operation of the state-owned enterprises. ਜੋ ਵੀ ਗਵਰਨਮੈਂਟ ਦੀਆਂ ਐਂਟਰਪ੍ਰਾਈਜ਼ਸ ਹੈ, ਅਗਰ ਗਵਰਨਮੈਂਟ ਆਪਣਾ ਪਾਰਟ ਉਹਦੇ ਵਿੱਚੋਂ ਵਿਦਡਰਾ ਕਰਵਾ ਲੈਂਦੀ ਹੈ, ਚਾਹੇ ਉਹ ਪਾਰਸ਼ੀਅਲ ਹੈ, ਚਾਹੇ ਉਹ ਫੁੱਲ ਕੰਟਰੋਲ ਹੈ, ਅਗਰ ਉਹਨੂੰ ਵਿਦਡਰਾ ਕਰਵਾ ਲੈਂਦੀ ਹੈ, ਦੈਟ ਇਜ਼ ਨੋਨ ਐਜ਼ ਅ ਪ੍ਰਾਈਵੇਟਾਈਜੇਸ਼ਨ। ਡਿਸਇਨਵੈਸਟਮੈਂਟ ਐਂਡ ਪ੍ਰਾਈਵੇਟਾਈਜੇਸ਼ਨ ਆਰ ਦ ਸੇਮ ਥਿੰਗ। ਗਵਰਨਮੈਂਟ ਟੂ ਵੇਜ਼ ਦੇ ਵਿੱਚ ਇਹ ਕਰਵਾ ਸਕਦੀ ਹੈ। ਫਸਟ ਇਜ਼ outright sale of the government enterprises to the private entrepreneurs, or government can withdraw its ownership and management from mixed enterprises. Already we have discussed threefold classification. Threefold classification ਦੇ ਵਿੱਚ ਅਸੀਂ ਕੀਤਾ ਸੀਗਾ ਕਿ ਗਵਰਨਮੈਂਟ ਜਾਂ ਤਾਂ ਸਾਰਾ ਕੰਟਰੋਲ ਗਵਰਨਮੈਂਟ ਦਾ ਹੁੰਦਾ। ਫਸਟ ਕੈਟਾਗਰੀਜ਼ ਦੇ ਵਿੱਚ। ਸੈਕਿੰਡ, ਜਿੱਥੇ ਗਵਰਨਮੈਂਟ ਪ੍ਰਾਈਵੇਟ ਸੈਕਟਰ ਦੇ ਨਾਲ ਮਿਲ ਕੇ ਓਨਰਸ਼ਿਪ ਕਰਦੀ। ਐਂਡ ਥਰਡ, ਜੋ ਵੀ ਰਹਿ ਜਾਂਦਾ ਹੈ ਇਟ ਇਜ਼ ਗਿਵਨ ਟੂ ਦ ਪ੍ਰਾਈਵੇਟ ਐਂਟਰਪ੍ਰਾਈਜ਼ਸ। ਔਰ ਅਗਰ ਗਵਰਨਮੈਂਟ ਆਪਣੀਆਂ ਜੋ ਵੀ ਗਵਰਨਮੈਂਟ ਦੀ ਓਨਰਸ਼ਿਪ ਦੇ ਵਿੱਚ ਆਉਂਦਾ ਹੈ, ਅਗਰ ਉਹ ਸਾਰੀ ਦੀ ਸਾਰੀ ਨੂੰ ਸੇਲ ਕਰ ਦਿੰਦੀ ਹੈ, ਜਾਂ ਫਿਰ ਜਿੱਥੇ ਗਵਰਨਮੈਂਟ ਦੀ ਅਤੇ ਪ੍ਰਾਈਵੇਟ ਸੈਕਟਰ ਦੀ ਦੋਨਾਂ ਦੀ ਪਾਰਟਨਰਸ਼ਿਪ ਆਉਂਦੀ ਹੈ, ਅਗਰ ਆਪਣਾ ਪਾਰਟ ਉਹ ਵਿਦਡਰਾ ਕਰਵਾ ਲੈਂਦੀ ਹੈ, ਦੈਨ ਇਟ ਇਜ਼ ਆਲਸੋ ਅ ਪਾਰਟ ਆਫ ਪ੍ਰਾਈਵੇਟਾਈਜੇਸ਼ਨ। Next is a disinvestment. Disinvestment is a policy when government sells its shares of PSUs to the private investors. ਜਦੋਂ ਆਪਣੇ ਸ਼ੇਅਰਸ ਜਿਹੜੇ ਪ੍ਰਾਈਵੇਟ ਇਨਵੈਸਟਰਸ ਨੂੰ ਦਿੰਦੀ ਹੈ, ਐਂਡ ਦਿਸ ਇਜ਼ instrument to promote the privatization. Then government privatization ਜਾਂ disinvestment ਨੂੰ ਫੇਵਰ ਕਰਨ ਦੇ ਲਈ ਹਮੇਸ਼ਾ ਪ੍ਰਾਈਵੇਟਾਈਜੇਸ਼ਨ ਦਾ ਕੇਸ ਲੈ ਕੇ ਚੱਲਦੀ ਹੈ। ਐਂਡ ਜੋ ਵੀ ਉਹਦੇ ਪ੍ਰਾਈਵੇਟਾਈਜੇਸ਼ਨ ਦੇ ਜਿੰਨੇ ਵੀ ਬੈਨੀਫਿਟਸ ਆਉਂਦੇ ਹੈ ਜਾਂ ਉਹਦੇ ਫੇਵਰ ਦੇ ਵਿੱਚ ਆਰਗੂਮੈਂਟਸ ਆਉਂਦੇ ਆ, ਸਿਮਿਲਰ ਆਰਗੂਮੈਂਟਸ ਗਵਰਨਮੈਂਟ ਇਜ਼ ਗਿਵਿੰਗ ਫॉर द disinvestment. Fourth one is, it is taken as the remedial measure to improve the production and managerial efficiency as well as to facilitate modernization. Then because investment, ਇਹਦੇ ਨਾਲ ਗਵਰਨਮੈਂਟ ਆਪਣਾ ਜਿਹੜਾ ਫਿਸਕਲ ਡੈਫਿਸਿਟ ਹੈ ਉਹਨੂੰ ਰਿਡਿਊਸ ਕਰ ਸਕਦੀ ਹੈ। ਨੀਡ ਫॉर ਦ ਪ੍ਰਾਈਵੇਟਾਈਜੇਸ਼ਨ, ਸਾਨੂੰ ਕਿਉਂ ਪ੍ਰਾਈਵੇਟਾਈਜੇਸ਼ਨ ਦੀ ਜ਼ਰੂਰਤ ਪਈ? ਮੇਨਲੀ ਬਿਕੋਜ਼ ਆਫ ਦ ਪੂਅਰ ਪਰਫੋਰਮੈਂਸ ਆਫ ਦ PSUs। ਔਰ ਉਹਦੇ ਲਈ ਇਹਨਾਂ ਨੇ ਨੀਚੇ ਕੁਛ ਓਬਜ਼ਰਵੇਸ਼ਨਸ ਦਿੱਤੀਆਂ। ਬਿਕੋਜ਼ ਜਦੋਂ ਇੰਡਸਟਰੀਅਲਾਈਜੇਸ਼ਨ ਨੂੰ ਅਸੀਂ ਇਨੀਸ਼ੀਏਟ ਕੀਤਾ ਡਿਊਰਿੰਗ ਦ ਸੈਕਿੰਡ 5 year ਪਲਾਨਸ, ਤਾਂ ਕੀ ਰੋਲ ਵਾਜ਼ ਅਸਾਈਨ ਟੂ ਦ PSUs. PSUs ਮੇਜਰ ਰੋਲ ਵਾਜ਼ ਗਿਵਨ ਇਨ ਦ ਹੈਂਡ ਆਫ ਦ PSUs। ਗਵਰਨਮੈਂਟ ਦੀ ਜਿੰਨੀ ਵੀ ਓਬਜ਼ਰਵੇਸ਼ਨ ਦੇ ਵਿੱਚ 17 ਇੰਡਸਟਰੀਜ਼ ਵਰ ਕੈਪਟ ਅੰਡਰ ਦ ਕੰਟਰੋਲ ਆਫ ਦ ਗਵਰਨਮੈਂਟ। ਤਾਂ ਉਸ ਟਾਈਮ ਦੇ ਉੱਤੇ ਮੇਜਰ ਕੀ ਰੋਲ ਹੈ, ਇਟ ਵਾਜ਼ ਗਿਵਨ ਟੂ ਦ, ਔਰ ਆਲਰੇਡੀ ਵੀ ਹੈਵ ਡਿਸਕਸਡ ਵਾਈ ਦੇ ਹੈਵ ਗਿਵਨ ਕੀ ਰੋਲ ਟੂ ਦ PSUs। ਸੈਕਿੰਡ, ਇੰਡਸਟਰੀਅਲ ਪਾਲਿਸੀ ਰੈਜ਼ੋਲਿਊਸ਼ਨ ਦੇ ਵਿੱਚ ਇਹਨੂੰ ਕੈਟਾਗਰਾਈਜ਼ ਕੀਤਾ ਗਿਆ ਸੀ। ਐਂਡ PSUs ਨੂੰ ਇਸੇ ਲਈ ਮੇਨ ਰੋਲ ਦਿੱਤਾ ਗਿਆ ਸੋ ਦੈਟ ਵੀ ਕੈਨ ਫਾਸਟਰ ਦ ਪ੍ਰੋਸੈਸ ਆਫ ਗਰੋਥ ਐਂਡ ਡਿਵੈਲਪਮੈਂਟ। ਦੇਰ ਇਜ਼ ਨੋ ਡਾਊਟ ਕਿ ਸਾਡੇ ਕੋਲ ਜਦੋਂ ਅਸੀਂ ਇੰਡਸਟਰੀਅਲਾਈਜੇਸ਼ਨ ਨੂੰ ਸਟਾਰਟ ਕੀਤਾ, ਐਂਡ PSU ਸਿਰਫ ਉਹਦੇ ਕਰਕੇ ਹੀ ਅਸੀਂ ਆਪਣੀ ਇੰਡਸਟਰੀਜ਼ ਨੂੰ ਡਾਈਵਰਸੀਫਾਈ ਕਰ ਸਕੇ ਅਤੇ ਆਪਣਾ ਬੇਸ ਪ੍ਰੋਵਾਈਡ ਕਰ ਸਕੇ। ਐਂਡ ਇਟ ਵਾਜ਼ ਨੈਸੈਸਰੀ ਡਿਊਰਿੰਗ ਦ ਪੀਰੀਅਡ ਆਫ 1951 to 1991। ਅਗਰ ਅਸੀਂ PSUs ਨੂੰ ਸਪਰੈਡ ਕੀਤਾ ਤਾਂ ਸਾਡੇ ਕੋਲ ਅਸੀਂ ਇੱਕ ਸਟਰਕਚਰਲ ਟਰਾਂਸਫੋਰਮੇਸ਼ਨ ਹੈ ਜਿਹੜੀ ਉਹਨੂੰ ਅਡੋਪਟ ਕੀਤਾ। ਬਿਕੋਜ਼ ਬੇਸਿਕਲੀ ਇੰਡੀਅਨ economy was based on the agriculture, and it was shifted because of the invention of the industries, the introduction of the industries in the economy of the India after the independence। ਤਾਂ ਉਹਦੇ ਨਾਲ ਕੀ ਹੋਇਆ ਕਿ ਅਸੀਂ ਆਪਣੀ ਜੋ ਵੀ ਸੋਰਸ ਆਫ ਲਿਵਲੀਹੁੱਡ ਅਰਲੀਅਰ ਇਟ ਵਾਜ਼ ਐਗਰੀਕਲਚਰ, ਬੇਸਿਕਲੀ ਅਸੀਂ ਡਿਪੈਂਡ ਕਰਦੇ ਸੀ ਐਗਰੀਕਲਚਰ ਦੇ ਉੱਤੇ। ਨਾਓ ਵੀ ਆਰ ਸ਼ਿਫਟਿੰਗ ਫਰੋਮ ਐਗਰੀਕਲਚਰ ਟੂ ਇੰਡਸਟਰੀ। ਤਾਂ ਉਹਦੇ ਨਾਲ ਕੀ ਹੋਇਆ ਕਿ ਸਾਡਾ ਜਿਹੜਾ GDP ਹੈ ਉਹਨੇ ਰਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਐਂਡ ਦਿਸ ਵਾਜ਼ ਗਿਵਨ ਅ ਰਾਈਜ਼ ਟੂ ਦ ਨਵਰਤਨਾਸ।
ਨਵਰਤਨਸ 9 ਜਵੈਲਸ ਆਫ ਦ ਇੰਡੀਅਨ ਇੰਡਸਟਰੀਜ਼, ਜਿੱਥੇ ਗਵਰਨਮੈਂਟ ਦੇ ਸੈਕਟਰਸ ਜਿੱਥੇ ਉਹ ਗੁੱਡ ਰੈਵਨਿਊ ਅਰਨ ਕਰ ਰਹੇ ਸੀ, ਪ੍ਰੋਫਿਟ ਅਰਨ ਕਰ ਰਹੇ ਸੀ, ਪ੍ਰੋਫਿਟ ਅਰਨਿੰਗ ਇੰਸਟੀਟਿਊਸ਼ਨਸ ਦੇ ਹੈਵ ਗਿਵਨ ਦ ਨੇਮ 9 ਰਤਨਾਸ। ਐਂਡ ਸਭ ਤੋਂ ਜ਼ਿਆਦਾ ਸਾਨੂੰ ਜ਼ਰੂਰਤ ਕਿਉਂ ਪਈ? ਅਗਰ ਗਵਰਨਮੈਂਟ ਪ੍ਰੋਫਿਟ ਅਰਨ ਕਰ ਰਹੀ ਸੀ, ਦੇਰ ਇਜ਼ ਨੋ ਨੀਡ ਆਫ ਦ ਪ੍ਰਾਈਵੇਟਾਈਜੇਸ਼ਨ। ਪ੍ਰਾਈਵੇਟਾਈਜੇਸ਼ਨ ਦੀ ਜ਼ਰੂਰਤ ਕਿਉਂ ਪਈ? ਬਿਕੋਜ਼ major role was assigned to the public sector and public sector was failed in this category. क्यों fail होगी? Because of the mounting losses of the PSUs and it becomes a social dead weight. Social dead weight. ਅਗਰ ਸਾਡੇ ਕੋਲ ਕੋਈ ਇਲ ਹੈ, ਉਹਨੂੰ ਠੀਕ ਕੀਤਾ ਜਾ ਸਕਦਾ, ਬਿਮਾਰ ਹੈ ਉਹਨੂੰ ਠੀਕ ਕੀਤਾ ਜਾ ਸਕਦਾ, ਅਗਰ ਕੋਈ ਡੈਡ ਹੋ ਜਾਂਦਾ then it is very difficult to recover that person or that economy. ਤਾਂ ਸੋਸ਼ਲ ਡੈਡ ਵੇਟ ਨੂੰ ਰਿਡਿਊਸ ਕਰਨ ਦੇ ਲਈ ਮੇਨ ਮੋਟਿਵ ਉਹਨਾਂ ਕੋਲ ਕੀ ਰਹਿ ਗਿਆ ਕਿ ਅਸੀਂ ਆਪਣਾ ਨਹੀਂ ਕਰ ਸਕਦੇ, ਤਾਂ ਉਸ ਰਿਡਿਊਸ ਕਰਨ ਦੇ ਲਈ ਉਹਨਾਂ ਨੂੰ ਪ੍ਰਾਈਵੇਟਾਈਜੇਸ਼ਨ ਨੂੰ ਅਡੋਪਟ ਕਰਨਾ ਪਿਆ। ਐਂਡ ਰੀਜ਼ਨਸ ਬਿਹਾਈਂਡ ਦ ਸੋਸ਼ਲ ਡੈਡ ਵੇਟ ਵਾਸ ਲੀਕੇਜ, ਇਲੀਗਲ ਟ੍ਰਾਂਜੈਕਸ਼ਨਸ, ਪਿਲਫਰੇजेस, ਇਨਐਫੀਸ਼ੀਐਂਸੀ ਐਂਡ ਕਰਪਸ਼ਨ। ਬਿਕੋਜ਼ ਕੀ ਰੋਲ ਅਸਾਈਨ ਕਰਨ ਦੇ ਨਾਲ ਨਾਲ ਇਟ was under the monopoly of the government, ਔਰ ਗਵਰਨਮੈਂਟ ਦੇ ਜਿਹੜੇ ਵਰਕਰ ਸੀ ਜਾਂ ਉਹਨਾਂ ਦੇ ਐਮਪਲੋਈ ਸੀ, ਉਹਨਾਂ ਨੇ ਪ੍ਰੋਪਰਲੀ ਉਸ ਚੀਜ਼ ਨੂੰ ਕੰਟਰੋਲ ਨਹੀਂ ਕੀਤਾ, ਤਾਂ ਜਿਹੜੇ ਡਰਾਬੈਕਸ ਹੈ ਉਹਨਾਂ ਨੂੰ ਹੀ ਅਡੋਪਟ ਕਰ ਲਿਆ ਗਿਆ। ਐਂਡ ਅਕੋਰਡਿੰਗਲੀ 1991 ਦੇ ਵਿੱਚ ਗਵਰਨਮੈਂਟ ਨੇ ਆਪਣੇ ਜਿੰਨੇ ਵੀ ਇਕੁਇਟੀ ਸੀਗੀ ਉਹਨੂੰ ਸੇਲ ਕੀਤਾ, ਐਂਡ ਅਗਰ ਉਹਨਾਂ ਦੀ ਪ੍ਰਾਈਵੇਟ ਪਾਰਟਨਰਸ਼ਿਪ ਸੀਗੀ ਤਾਂ ਆਪਣੀ ਪਾਰਟਨਰਸ਼ਿਪ ਨੂੰ ਵਿਦਡਰਾ ਕਰ ਲਿਆ। ਤਾਂ ਦਿਸ ਇਜ਼ ਦ ਰੀਜ਼ਨ ਕਿ ਉਹਨਾਂ ਨੂੰ ਪ੍ਰਾਈਵੇਟਾਈਜੇਸ਼ਨ ਨੂੰ ਅਡੋਪਟ ਕਰਨਾ ਪਿਆ। ਸਿਰਫ ਨਵਰਤਨਸ ਦੇ ਹੈਵ ਟੇਕਨ ਐਜ਼ ਅੰਡਰ ਦ ਪਬਲਿਕ ਸੈਕਟਰ ਐਂਟਰਪ੍ਰਾਈਜ਼ਸ, ਤਾਂ ਉਹਨਾਂ ਨੇ ਸਿਰਫ ਉਹਨਾਂ ਸੈਕਟਰਸ ਨੂੰ ਰਿਟੇਨ ਕੀਤਾ ਵਿਚ ਵਰ ਦ ਪ੍ਰੋਫਿਟ ਅਰਨਿੰਗ ਇੰਸਟੀਟਿਊਸ਼ਨਸ। Then what are the Navratnas? Already we have discussed the 9 jewels of the Indian economy. ਤਾਂ ਉਹ ਵਾਲੀਆਂ 9 ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨਸ ਜਿਹੜੀਆਂ ਦੂਸਰੀਆਂ ਕੰਪਨੀਜ਼ ਦੇ ਕੰਪੈਰੇਟਿਵਲੀ ਬਹੁਤ ਜ਼ਿਆਦਾ ਪ੍ਰੋਫਿਟ ਅਰਨ ਕਰ ਰਹੀਆਂ ਸੀ, ਐਂਡ ਦੇ ਹੈਵ ਗਿਵਨ ਦ ਨੇਮ ਆਫ ਦੀਸ ਕੰਪਨੀਜ਼ ਇੰਡੀਅਨ ਆਇਲ, ਭਾਰਤ, ONGC, SAIL, HP, BHEL, IPCL, this is Videsh Sanchar Nigam and NTPC. These were the 9 jewels of the Indian economy, and in 2009 they have given the name Maharatnas and then Mini Ratnas. ਔਰ ਇਹ ਸਾਰੇ ਦੇ ਸਾਰੇ ਉਹ ਵਾਲੇ ਰਤਨਸ ਹੈ ਜਿਹੜੇ ਗਵਰਨਮੈਂਟ ਦੇ ਲਈ ਪ੍ਰੋਫਿਟ ਅਰਨਿੰਗ ਇੰਸਟੀਟਿਊਸ਼ਨ ਸੀਗੀਆਂ। 75 PSUs have been awarded as Mini Ratnas. Next, obvious gains and imperative losses of privatization. First is obvious gains. ਕੀ ਰੀਜ਼ਨ ਸੀਗੇ, ਕਿਹੜੇ ਗੇਨ ਸੀਗੇ ਜਿਹੜੇ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਹੋ ਸਕਦੇ ਸੀ? ਪ੍ਰਾਈਵੇਟਾਈਜੇਸ਼ਨ ਇੰਪਲਾਈਜ਼ ਦ ਸੁਪਰਮੇਸੀ ਆਫ ਸੈਲਫ ਇੰਟਰਸਟ ਓਵਰ ਦ ਸੋਸ਼ਲ ਇੰਟਰਸਟ। ਇਫ ਵੀ ਆਰ ਵਰਕਿੰਗ ਫॉर ਦ ਸੈਲਫ ਇੰਟਰਸਟ ਦੈਨ ਡੈਫੀਨੇਟਲੀ ਸਾਡੇ ਕੋਲ ਐਫੀਸ਼ੀਐਂਸੀ ਤਾਂ ਹੋਏਗੀ ਐਂਡ ਐਫੀਸ਼ੀਐਂਸੀ ਕਿਸੇ ਵੀ ਇੰਸਟੀਟਿਊਟ ਨੂੰ ਚਲਾਉਣ ਦੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ, ਬਿਕੋਜ਼ ਇਹਦੇ ਨਾਲ ਅਸੀਂ ਪ੍ਰੋਡਕਟੀਵਿਟੀ ਨੂੰ ਹਾਈ ਕਰ ਸਕਦੇ ਹਾਂ। ਸੈਕਿੰਡ, ਇਟ ਪ੍ਰੋਵਾਈਡਸ ਅ ਕੰਪੀਟੀਟਿਵ ਇਨਵਾਇਰਮੈਂਟ। ਅਗਰ ਇਹ ਸਾਨੂੰ ਕੰਪੀਟੀਟਿਵ ਇਨਵਾਇਰਮੈਂਟ ਪ੍ਰੋਵਾਈਡ ਕਰ ਰਹੀ ਹੈ, this is provide competitive environment for both domestic as well as international, and competition it always induces upgradation and modernization। ਔਰ ਕਿਸੇ ਵੀ ਇਕੋਨਮੀ ਨੂੰ ਗਰੋ ਕਰਨ ਦੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਾਡੇ ਕੋਲੇ ਮੋਡਰਨਾਈਜੇਸ਼ਨ ਐਂਡ ਅਪਗ੍ਰੇਡੇਸ਼ਨ ਹੈ, ਔਰ ਕੰਪੀਟੀਸ਼ਨ ਤੋਂ ਬਿਨਾਂ ਇਹ ਚੀਜ਼ਾਂ ਪੋਸੀਬਲ ਨਹੀਂ ਹੋ ਸਕਦੀਆਂ। ਥਰਡ, ਇਟ ਪ੍ਰਮੋਟਸ ਡਾਈਵਰਸੀਫਿਕੇਸ਼ਨ ਆਫ ਦ ਪ੍ਰੋਡਕਸ਼ਨ। ਡਾਈਵਰਸੀਫਿਕੇਸ਼ਨ ਅਸੀਂ ਸਿਰਫ ਇੱਕ ਏਰੀਆ ਦੇ ਵਿੱਚ ਨਹੀਂ ਵਰਕ ਕਰਦੇ, ਡਿਫਰੈਂਟ ਏਰੀਆਜ਼ ਦੇ ਵਿੱਚ ਜਦੋਂ ਵਰਕ ਕਰਦੇ ਆ। ਐਂਡ MNCs ਅਗਰ ਅਸੀਂ ਦੇਖੀਏ ਤਾਂ MNCs ਜਿਹੜੀਆਂ ਉਹ ਸਭ ਤੋਂ ਜ਼ਿਆਦਾ ਵਧੀਆ ਵਰਕ ਉਹਨਾਂ ਨੇ ਕੀਤਾ, ਐਂਡ ਇਟ ਸ਼ੋਜ਼ ਇਟ ਟੂ ਫੈਕਟ ਦੈਟ private enterprises are capable of redefining the benchmark of the growth,
Last but not the least is it provides consumer sovereignty, promotes consumer sovereignty when high importance is given to the consumers। ਔਰ ਉਹਦੇ ਨਾਲ ਕੀ ਹੁੰਦਾ ਹੈ ਕਿ ਕੰਜ਼ਿਊਮਰ ਨੂੰ ਬੈਨੀਫਿਸ਼ੀਅਲ ਹੁੰਦਾ ਹੈ, ਕੰਜ਼ਿਊਮਰ ਦੇ ਕੋਲ ਵਾਈਡਰ ਚੋਇਸ ਹੋ ਜਾਂਦੀ ਹੈ ਔਰ ਆਪਣੀ ਉਹਨਾਂ ਦੀ ਕੁਆਲਿਟੀ ਲਾਈਫ ਹੈ ਜਿਹੜੀ ਉਹਨੂੰ ਇੰਪਰੂਵ ਕਰ